ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਸਿਰ ਰਾਗ ਮਹੱਲਾ ਪੰਜਵਾਂ। ਜਾਂ ਕੋ ਮੁਸਕਲ ਅਤ ਬਣੇ, ਟੋਈ ਕੋਇ ਨ ਦੇ। ਲਾਗੂ ਹੋਏ ਦੁਸ਼ਮਨਾ, ਸਾਖ ਵੀ ਭਜ ਖਲੇ। ਸਭੋ ਭਜੇ ਆਸਰਾ, ਚੁਕੇ ਸਭ ਅਸਰਾਓ। ਚਿਤ ਆਵੇ ਉਸ ਪਾਰ ਬ੍ਰਹਮ, ਲਗੇ ਨ ਤਤੀ ਵਾਓ। ਸਾਹਿਬ ਨੀਤਾਣਿਆ ਕਾ ਤਾਣ, ਆਏ ਨ ਜਾਈ ਥਿਰ ਸਦਾ। ਗੁਰ ਸਬਦੀ ਸਚ ਜਾਣ ਰਹਾਓ। ਜੇ ਕੋ ਹੋਵੇ ਦੁਬਲਾ, ਨੰਗ ਭੂਖ ਕੀ ਪੀਰ। ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੇ ਧੀਰ। ਸਵਾਰਥ ਸੁਆਹ ਕੋ ਕਰੇ, ਨਾ ਕੁਛ ਹੋਵੇ ਕਾਜ। ਚਿਤ ਆਵੇ ਉਸ ਪਾਰ ਬ੍ਰਹਮ, ਤਾਨੇ ਚਲ ਹੋਵੇ ਰਾਜ। ਜਾਂ ਕਿਉ ਚਿੰਤਾ ਬਹੁਤ ਬਹੁਤ, ਦੇਹੀ ਵਿਆਪੇ ਰੋਗ। ਗ੍ਰਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ। ਗੌਣ ਘਰੇ ਚੋ ਕੁੰਟਕਾ, ਕੜੀ ਨ ਬੈਸਣ ਸੋਏ। ਚਿਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ। ਚਾਰੇ ਕਿਲ ਵਿਖ ਉਨ ਅਗ ਕੀਏ, ਹੋਆ ਅਸਰ ਸੰਗਾਰ। ਪੋਥੀ ਗਤ ਕਵਿਤ ਕੁਛ, ਕਦੇ ਨ ਕਰਨ ਧਰਿਆ। ਚਿਤ ਆਵੇ ਉਸ ਪਾਰ ਬ੍ਰਹਮ, ਤਾਂ ਨਿਮਖ ਸਿਮਰਤ ਤਰਿਆ। ਸਾਸਤਰ ਸਿਮਰਤ ਬੇਦ, ਚਾਰ ਮਖਾਬਰ ਬਿਚਰੇ। ਤਪੇ ਤਪੀਸਰ ਜੋਗੀਆ, ਤੀਰਥ ਗਮਨ ਕਰੇ। ਖਟ ਕਰਮਾਂ ਤੇ ਦੁੱਗਣੇ, ਪੂਜਾ ਕਰਤਾ ਨਾਏ। ਰੰਗ ਨ ਲੱਗੀ ਪਾਰ ਬ੍ਰਹਮ, ਤਾਂ ਸਰ ਪਰ ਨਰਕੇ ਜਾਏ। ਰਾਜ ਮਿਲਕ ਸਿਕਦਾਰੀਆਂ, ਰਸ ਭੋਗਣ ਬਿਸਥਾਰ। ਬਾਗ ਸੁਹਾਵੇ ਸੋਹਣੇ, ਚੱਲੇ ਹੁਕਮ ਅਫਾਰ। ਰੰਗ ਤਮਾਸੇ ਬੌਬਦੀ, ਚਾਏ ਲੱਗ ਰਿਹਾ। ਚਿਤ ਨ ਆਇਓ ਪਾਰ ਬ੍ਰਹਮ, ਤਾਂ ਸਰਪ ਕੀ ਜੂਨ ਗਿਆ। ਬਹੁਤ ਧਨਾਢ ਅਚਾਰਵੰਤ, ਸੋਭਾ ਨਿਰਮਲ ਰੀਤ। ਮਾਤ ਪਿਤਾ ਸੁਤ ਪਾਈਆਂ, ਸਾਜਨ ਸੰਗ ਪ੍ਰੀਤ। ਲਸਕਰ ਤਰਕਸ ਬੰਦ ਜਿਉ ਸਗਲੀ ਕੀਤ। ਚਿਤ ਨ ਆਇਓ ਪਾਰ ਬ੍ਰਹਮ, ਤਾਂ ਖੜ ਰਸਾਲ ਤਲ ਦੀਤ। ਕਾਇਆ ਰੋਗ ਨ ਛਦਰ ਕੁਛ, ਨਾ ਕੁਛ ਕਾੜਾ ਸੋਗ। ਮਿਰਤ ਨ ਆਵੀ ਚਿਤ ਦਿਸ, ਐਨਸ ਭੋਗੇ ਭੋਗ। ਸਭ ਕੁਛ ਕੀਤੋ ਨ ਆਪਣਾ, ਜੀ ਨ ਸੰਕ ਤਰਿਆ। ਚਿਤ ਨ ਆਇਓ ਪਾਰ ਬ੍ਰਹਮ, ਜਮ ਕੰਕਰ ਬਸ ਭਰਿਆ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਜਿਉ ਜਿਉ ਵਧਾਈਏ, ਤਿਉ ਤਿਉ ਹਰਸਿਉ ਰੰਗ। ਦੋ ਸਿਰਿਆਂ ਕਾ ਖਸਮ ਆਪ, ਅਵਰ ਨ ਦੂਜਾ ਥਾਉ। ਸਤਿਗੁਰ ਤੁਠੇ ਪਾਇਆ, ਨਾਨਕ ਸੱਚਾ ਨਾਉ। ਦੋ ਸਿਰਿਆਂ ਕਾ ਖਸਮ ਆਪ, ਅਵਰ ਨ ਦੂਜਾ ਥਾਉ। ਸਤਿਗੁਰ ਤੁਠੇ ਪਾਇਆ, ਨਾਨਕ ਸੱਚਾ ਨਾਉ। ਗੁਰੂ ਜੀ ਆਖਦੇ ਹਨ ਕਿ ਜਿਸ ਮਨੁੱਖ ਨੂੰ ਕੋਈ ਭਾਰੀ ਬਿਪਤਾ ਆ ਪਏ, ਜਿਸ ਤੋਂ ਬਚਣ ਲਈ ਕੋਈ ਮਨੁੱਖ ਉਸਨੂੰ ਸਹਾਰਾ ਨਾ ਦੇਵੇ ਅਤੇ ਵੈਰੀ ਉਸਦੇ ਮਾਰੂ ਬਣ ਜਾਣ, ਉਸਦੇ ਸਾਖ ਸੰਬੰਧੀ ਵੀ ਉਸਦੀ ਮਦਦ ਕਰਨ ਤੋਂ ਭੱਜ ਜਾਣ ਅਤੇ ਉਸਦਾ ਹਰ ਇੱਕ ਕਿਸਮ ਦਾ ਆਸਰਾ ਖਤਮ ਹੋ ਜਾਏ, ਹਰ ਇੱਕ ਤਰ੍ਹਾਂ ਦਾ ਸਹਾਰਾ ਮੁੱਕ ਜਾਏ ਅਤੇ ਜੇ ਉਹ ਉਸ ਬਿਪਤਾ ਮਾਰੇ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਯਾਦ ਆ ਜਾਏ, ਫਿਰ ਉਸਨੂੰ ਤੱਤੀ ਹਵਾ ਵੀ ਨਹੀਂ ਲੱਗ ਸਕਦੀ। ਭਾਵ ਸਾਰੇ ਵਿਰੋਧੀ ਉਸਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ। ਹੇ ਭਾਈ, ਪਰਮਾਤਮਾ ਕਮਜ਼ੋਰਾਂ ਦਾ ਸਹਾਰਾ ਹੈ। ਉਹ ਨਾ ਜੰਮਦਾ ਹੈ, ਨਾ ਮਰਦਾ ਹੈ, ਸਦਾ ਹੀ ਸਥਿਰ ਹੈ। ਹੇ ਭਾਈ,
ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਸਦਾ ਸਥਿਰ ਰਹਿਣ ਵਾਲੇ ਸਤ ਸਰੂਪ ਨੂੰ ਗੁਰੂ ਦੇ ਸ਼ਬਦ ਰਾਹੀਂ ਪਹਿਚਾਣ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੇ ਕੋਈ ਮਨੁੱਖ ਅਜਿਹਾ ਕਮਜ਼ੋਰ ਹੋ ਜਾਏ ਅਤੇ ਭੁੱਖ ਨੰਗ ਦਾ ਦੁੱਖ ਉਸਨੂੰ ਹਰ ਵੇਲੇ ਖਾਂਦਾ ਰਹੇ ਅਤੇ ਜੇ ਉਸਦੇ ਪੱਲੇ ਪੈਸਾ ਨਾ ਹੋਏ, ਕੋਈ ਮਨੁੱਖ ਉਸਨੂੰ ਧੀਰਜ ਦੇਣ ਵਾਲਾ ਨਾ ਹੋਵੇ ਅਤੇ ਕੋਈ ਮਨੁੱਖ ਉਸਦੀ ਲੋੜ ਸਵਾਰਥ ਪੂਰਾ ਨਾ ਕਰ ਸਕੇ, ਉਸ ਪਾਸੋਂ ਆਪਣਾ ਕੋਈ ਵੀ ਕਾਰਜ ਨਾ ਸਿਰੇ ਚੜ੍ਹ ਸਕੇ, ਅਜਿਹੀ ਦੁਰਦਸ਼ਾ ਹੁੰਦਿਆਂ ਵੀ ਜੇ ਪਰਮਾਤਮਾ ਉਸਦੇ ਚਿੱਤ ਵਿੱਚ ਆ ਵਸੇ ਤਾਂ ਉਸ ਦੀ ਸਥਿਤੀ ਅਟਲ ਰਾਜ ਵਰਗੀ ਬਣ ਜਾਂਦੀ ਹੈ। ਭਾਵ ਉਸ ਦੀ ਆਤਮਕ ਅਵਸਥਾ ਅਜਿਹੇ ਬਾਦਸ਼ਾਹ ਵਾਲੀ ਹੋ ਜਾਂਦੀ ਹੈ ਜਿਨ੍ਹਾਂ ਦਾ ਰਾਜ ਕਦੇ ਨਹੀਂ ਡੋਲਦਾ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਨੂੰ ਹਰ ਵੇਲੇ ਬੜੀ ਚਿੰਤਾ ਬਣੀ ਰਹੇ ਅਤੇ ਜਿਸ ਦੇ ਸਰੀਰ ਨੂੰ ਬਹੁਤ ਰੋਗ ਲੱਗੇ ਹੋਣ ਅਤੇ ਜਿਹੜਾ ਗ੍ਰਹਿਸਥ ਦੇ ਜੰਜਾਲ ਵਿੱਚ, ਪਰਿਵਾਰ ਦੇ ਜੰਜਾਲ ਵਿੱਚ ਸਦਾ ਫਸਿਆ ਰਹੇ, ਜਿਸ ਨੂੰ ਕਦੇ ਕੋਈ ਖੁਸ਼ੀ ਤੇ ਕਦੇ ਕੋਈ ਖੁਸ਼ੀ ਤੇ ਕਦੇ ਕੋਈ ਗਮ ਘੇਰੀਆਂ ਰੱਖਦੇ ਹੋਣ ਅਤੇ ਜਿਹੜਾ ਮਨੁੱਖ ਸਾਰੀ ਧਰਤੀ ਉੱਤੇ ਇਸ ਤਰ੍ਹਾਂ ਭਟਕਦਾ ਫਿਰਦਾ ਹੈ ਕਿ ਉਸਨੂੰ ਘੜੀ ਭਰ ਵੀ ਬਹਿਣਾ ਨਸੀਬ ਨਹੀਂ ਹੁੰਦਾ, ਭਾਵ ਚੈਨ ਪ੍ਰਾਪਤ ਨਹੀਂ ਹੁੰਦਾ, ਅਜਿਹੀ ਸਥਿਤੀ ਵਿੱਚ ਜੇ ਉਸ ਪਰਮਾਤਮਾ ਨੂੰ ਉਸਦੇ ਚਿੱਤ ਵਿੱਚ ਆ ਵਸੇ ਤਾਂ ਉਸ ਦਾ ਤਨ ਮਨ ਸ਼ਾਂਤ ਹੋ ਜਾਂਦਾ ਹੈ, ਉਸ ਦਾ ਮਨ ਸੰਤੋਖ ਨਾਲ ਸੀਤਲ ਹੋ ਜਾਂਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੇ ਕਿਸੇ ਮਨੁੱਖ ਨੂੰ ਕਾਮ ਕ੍ਰੋਧ ਨੇ, ਮੋਹ ਨੇ ਆਪਣੇ ਵੱਸ ਵਿੱਚ ਕੀਤਾ ਹੋਇਆ ਹੋਵੇ ਅਤੇ ਕੰਜੂਸ ਨੂੰ ਲੋਭ ਨਾਲ ਪਿਆਰ ਹੋਵੇ ਅਤੇ ਜੇ ਉਸਨੇ ਵਿਕਾਰਾਂ ਦੇ ਵੱਸ ਹੋ ਕੇ ਚਾਰੇ ਹੀ ਉੱਘੇ ਪਾਪ ਅਪਰਾਧ ਕੀਤੇ ਹੋਣ ਅਤੇ ਜੇ ਉਹ ਰਾਖਸ਼ਾਂ ਵਰਗਾ ਹਿੰਸਕ ਹੋ ਗਿਆ ਹੋਵੇ ਅਤੇ ਜੇ ਉਸਨੇ ਕਦੇ ਵੀ ਕੋਈ ਧਰਮ ਪੁਸਤਕ, ਕੋਈ ਧਰਮ ਗੀਤ, ਕੋਈ ਧਾਰਮਿਕ ਕਵਿਤਾ ਨਾ ਸੁਣੀ ਹੋਵੇ, ਪਰ ਜੇ ਪਰਮਾਤਮਾ ਉਸਦੇ ਚਿੱਤ ਵਿੱਚ ਆ ਵਸੇ ਤਾਂ ਉਹ ਅੱਖ ਦੇ ਫੋਰ ਜਿਤਨੇ ਸਮੇਂ ਲਈ ਹੀ ਪਰਮਾਤਮਾ ਦਾ ਸਿਮਰਨ ਕਰਕੇ ਇਹਨਾਂ ਸਾਰੇ ਵਿਕਾਰਾਂ ਤੋਂ, ਸਮੁੰਦਰ ਤੋਂ, ਭਾਵ ਸਾਗਰ ਤਰ ਜਾਂਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੇ ਕੋਈ ਮਨੁੱਖ ਚਾਰੇ ਵੇਦ, ਸਾਰੇ ਸ਼ਾਸਤਰ ਤੇ ਸਾਰੀਆਂ ਸਿਮਰਤੀਆਂ ਨੂੰ ਮੂੰਹ ਜ਼ਬਾਨੀ ਉਚਾਰ ਕੇ ਵਿਚਾਰ ਕਰਦਾ ਹੋਵੇ ਅਤੇ ਜੇ ਉਹ ਵੱਡੇ ਵੱਡੇ ਤਪੀਆਂ ਤੇ ਜੋਗੀਆਂ ਵਾਂਗ ਹਰ ਇੱਕ ਤੀਰਥ ਯਾਤਰਾ ਉੱਤੇ ਜਾਂਦਾ ਹੋਵੇ ਅਤੇ ਉਹ ਤੀਰਥਾਂ ਉੱਤੇ ਇਸ਼ਨਾਨ ਕਰਕੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੋਵੇ, ਮੰਨੇ ਪ੍ਰਮੰਨੇ 6 ਧਾਰਮਿਕ ਕੰਮਾਂ ਨਾਲੋਂ ਦੂਣੇ ਧਾਰਮਿਕ ਕਰਮ ਨਿਤ ਕਰਦਾ ਹੋਵੇ, ਪਰ ਜੇ ਪਰਮਾਤਮਾ ਦੇ ਚਰਨਾਂ ਦਾ ਪਿਆਰ ਉਸਦੇ ਅੰਦਰ ਨਹੀਂ ਹੈ ਤਾਂ ਉਹ ਜ਼ਰੂਰ ਨਰਕ ਵਿੱਚ ਹੀ ਜਾਂਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੇ ਕਿਸੇ ਮਨੁੱਖ ਨੂੰ ਮੁਲਕਾਂ ਦੇ ਰਾਜ ਮਿਲੇ ਹੋਣ, ਬੇਅੰਤ ਜ਼ਮੀਨਾਂ ਦੀ ਮਾਲਕੀ ਮਿਲੀ ਹੋਵੇ, ਜੇ ਉਸ ਦੀਆਂ ਹਰ ਥਾਂ ਸਰਦਾਰੀਆਂ, ਮਲਕੀਤਾਂ ਬਣੀਆਂ ਹੋਈਆਂ ਹੋਣ, ਦੁਨੀਆਂ ਦੇ ਅਨੇਕਾਂ ਪਦਾਰਥਾਂ ਦੇ ਭੋਗ ਵਿਲਾਸ ਭੋਗਦਾ ਹੋਵੇ ਅਤੇ
ਜੇ ਉਸ ਦੇ ਪਾਸ ਸੋਹਣੇ ਸੁੰਦਰ ਬਾਗ ਹੋਣ, ਜੇ ਇਹਨਾਂ ਸਾਰੇ ਪਦਾਰਥਾਂ ਦੀ ਮਲਕੀਅਤ ਦੇ ਕਾਰਨ ਉਸ ਹੰਕਾਰੀ ਦਾ ਹੁਕਮ ਹੋਵੇ ਔਰ ਹਰ ਕੋਈ ਉਸ ਦਾ ਹੁਕਮ ਮੰਨਦਾ ਹੋਵੇ, ਅਤੇ ਜੇ ਉਹ ਦੁਨੀਆ ਦੇ ਕਈ ਕਿਸਮਾਂ ਦੇ ਰੰਗ ਤਮਾਸ਼ਿਆਂ ਵਿੱਚ, ਚਾਅ ਮਿਲਾਰ ਵਿੱਚ ਮਗਨ ਹੋਇਆ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਕਦੇ ਨਾ ਆਇਆ ਹੋਵੇ ਤਾਂ ਉਸ ਨੂੰ ਸੱਪ ਦੀ ਜੂਨ ਵਿੱਚ ਗਿਆ ਸਮਝੋ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੇ ਕੋਈ ਮਨੁੱਖ ਬੜੇ ਧਨ ਵਾਲਾ ਹੋਵੇ, ਚੰਗੀ ਰਹਿਣੀ ਬਹਿਣੀ ਵਾਲਾ ਹੋਵੇ, ਸੋਭਾ ਵਾਲਾ ਹੋਵੇ ਤੇ ਨਿਰਮਲ ਮਰਿਆਦਾ ਵਾਲਾ ਹੋਵੇ, ਅਤੇ ਜੇ ਉਸ ਦਾ ਆਪਣੇ ਮਾਂ ਪਿਓ, ਪੁੱਤਰਾਂ ਭਰਾਵਾਂ ਤੇ ਸੱਜਣਾ ਮਿੱਤਰਾਂ ਨਾਲ ਪਿਆਰ ਹੋਵੇ, ਅਤੇ ਜੇ ਤਰਕਸ਼ ਬੰਨਣ ਵਾਲੇ ਯੋਧਿਆਂ ਦੇ ਲਸ਼ਕਰ ਉਸ ਨੂੰ ਸਲਾਮਾਂ ਕਰਦੇ ਹੋਣ, ਸਾਰੀ ਖਲਕਤ ਹੀ ਉਸ ਨੂੰ ਜੀ ਕਰਦੀ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਨਹੀਂ ਵਸਦਾ ਤਾਂ ਉਹ ਆਖਰ ਲਿਜਾ ਕੇ ਨਰਕ ਵਿੱਚ ਹੀ ਪਾਇਆ ਜਾਂਦਾ ਹੈ। ਜੇ ਕਿਸੇ ਮਨੁੱਖ ਦੇ ਸਰੀਰ ਨੂੰ, ਫਿਰ ਗੁਰੂ ਜੀ ਕਹਿੰਦੇ ਹਨ ਕਿ ਜੇ ਕਿਸੇ ਦੇ ਸਰੀਰ ਨੂੰ ਕਦੇ ਕੋਈ ਰੋਗ ਨਾ ਲੱਗਾ ਹੋਵੇ, ਕੋਈ ਕਿਸੇ ਤਰ੍ਹਾਂ ਦੀ ਤਕਲੀਫ ਨਾ ਆਈ ਹੋਵੇ, ਕਿਸੇ ਤਰ੍ਹਾਂ ਦੀ ਕੋਈ ਚਿੰਤਾ ਫਿਕਰ ਉਸਨੂੰ ਨਾ ਹੋਵੇ, ਜੇ ਉਸਨੂੰ ਕਦੇ ਮੌਤ ਦਾ ਫਿਕਰ ਚੇਤੇ ਨਾ ਆਇਆ ਹੋਵੇ, ਜੇ ਉਹ ਦਿਨ ਰਾਤ ਭੋਗ ਵਿਲਾਸ ਕਰਦਾ ਹੋਵੇ, ਅਤੇ ਜੇ ਉਸਨੇ ਦੁਨੀਆ ਦੀ ਹਰ ਇੱਕ ਚੀਜ਼ ਨੂੰ ਆਪਣੇ ਵੱਸ ਕਰ ਲਿਆ ਹੋਵੇ, ਕਦੇ ਉਸ ਦੇ ਚਿੱਤ ਵਿੱਚ ਆਪਣੀ ਮਲਕੀਅਤ ਬਾਰੇ ਕੋਈ ਸ਼ੰਕਾ ਨਾ ਉੱਠਿਆ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਕਦੇ ਨਾ ਆਇਆ ਹੋਵੇ ਤਾਂ ਉਹ ਅੰਤ ਜਮਰਾਜ ਦੇ ਦੂਤਾਂ ਦੇ ਵੱਸ ਹੀ ਪੈਂਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਸ ਵਡਭਾਗੀ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਅਤੇ ਇਹ ਇੱਕ ਕੁਦਰਤੀ ਨਿਯਮ ਹੈ ਕਿ ਜਿਉਂ-ਜਿਉਂ ਉਹ ਸਤਸੰਗ ਵਿੱਚ ਬੈਠਣਾ ਵਧਾਉਂਦਾ ਜਾਂਦਾ ਹੈ, ਤਿਉਂ-ਤਿਉਂ ਪਰਮਾਤਮਾ ਨਾਲ ਪਿਆਰ ਵੀ ਵੱਧਦਾ ਜਾਂਦਾ ਹੈ। ਪਰ ਦੁਨੀਆ ਦਾ ਮੋਹ ਤੇ ਪ੍ਰਭੂ ਦੇ ਚਰਨਾਂ ਦਾ ਪਿਆਰ, ਇਹਨਾਂ ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੈ। ਕਿਸੇ ਨੂੰ ਮਾਇਆ ਦੇ ਮੋਹ ਵਿੱਚ ਪਾਈ ਰੱਖਦਾ ਹੈ, ਕਿਸੇ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਦਾ ਹੈ। ਉਸ ਪ੍ਰਭੂ ਤੋਂ ਬਿਨਾਂ ਜੀਵਾਂ ਵਾਸਤੇ ਕੋਈ ਹੋਰ ਦੂਜਾ ਸਹਾਰਾ ਨਹੀਂ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਨਾਨਕ, ਜਦੋਂ ਪ੍ਰਭੂ ਦੀ ਮਿਹਰ ਹੋਵੇ ਤਾਂ ਉਹ ਗੁਰੂ ਨਾਲ ਮਿਲਾਉਂਦਾ ਹੈ, ਤੇ ਗੁਰੂ ਦੇ ਪ੍ਰਸੰਨ ਹੋਇਆਂ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸ਼ਬਦ ਪ੍ਰਾਪਤ ਹੋ ਜਾਂਦਾ ਹੈ। ਪਰਮ ਸਤਾ ਸਦਾਈ ਅਤੇ ਸਦੀਵੀ ਹੈ। ਸੰਕਟ ਵੇਲੇ ਕੇਵਲ ਉਹੀ ਸਹਾਇਕ ਹੋ ਸਕਦੀ ਹੈ। ਸਭ ਦੁਨੀਆ ਸਬੰਧ ਪੱਲਾ ਝਾੜ ਜਾਂਦੇ ਹਨ। ਭਾਵ ਇਹ ਸਭ ਸਾਖ ਸਬੰਧ ਸਭ ਝੂਠੇ ਹਨ। ਸੰਸਾਰਿਕ ਮੋਹ ਮਾਇਆ ਵਿੱਚ ਫਸੇ ਰਹਿਣ ਨਾਲ ਅਧਿਆਤਮਿਕਤਾ ਨਸ਼ਟ ਹੋ ਜਾਂਦੀ ਹੈ, ਅਤੇ ਸਤਿਗੁਰ ਦੀ ਕਿਰਪਾ ਨਾਲ ਹੀ ਸੱਚੇ ਨਾਮ ਦੀ ਪ੍ਰਾਪਤੀ ਹੁੰਦੀ ਹੈ, ਅਤੇ ਸਤ ਸੰਗਤ ਦਾ ਲਾਭ ਪ੍ਰਾਪਤ ਹੁੰਦਾ ਹੈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।